ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਔਨਲਾਈਨ ਜ਼ੂਮ ਗੁਰਮਤਿ ਕਲਾਸ, ਪਾਵਨ ਪਵਿੱਤਰ ਬਾਣੀ ਜਪਜੀ ਸਾਹਿਬ ਦੀ ਵਿਚਾਰ। ਕੱਲ ਤੱਕ ਆਪਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਮੂਲ ਮੰਤਰ ਦੀ ਵਿਆਖਿਆ ਨੂੰ ਜਪ ਸ਼ਬਦ ਤੱਕ ਸਰਵਣ ਕੀਤਾ ਹੈ। ਜਪ ਤੋਂ ਬਾਅਦ ਅੱਗੇ ਇੱਕ ਸ਼ਲੋਕ ਮਹਾਰਾਜ ਨੇ ਦਰਜ ਕੀਤਾ ਹੈ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਸ਼ਲੋਕ ਵੈਸੇ ਉੱਥੇ ਸ਼ਲੋਕ ਸ਼ਬਦ ਪਾਇਆ ਨਹੀਂ ਗਿਆ, ਇਹਨੂੰ ਟਾਈਟਲ ਨਹੀਂ ਦਿੱਤਾ ਗਿਆ, ਪਰ ਜਦੋਂ ਅਸੀਂ ਸੇਮ ਵਰਡ ਸੁਖਮਨੀ ਸਾਹਿਬ ਦੀ 17ਵੀਂ ਅਸ਼ਟਪਦੀ ਦੇ ਆਰੰਭ ਵਿੱਚ ਸ਼ਲੋਕ ਦੇ ਰੂਪ ਦੇ ਵਿੱਚ ਪੜ੍ਹਦੇ ਹਾਂ ਤੇ ਉੱਥੇ ਕੇਵਲ ਸਿਹਾਰੀ ਦੇ ਫਰਕ ਨਾਲ ਸਾਨੂੰ ਇਹ ਸ਼ਲੋਕ ਦੇਖਣ ਨੂੰ ਮਿਲਦਾ ਜੋ ਕਿ ਪੰਜਵੇਂ ਪਾਤਸ਼ਾਹ ਦਾ ਉਚਾਰਿਆ ਹੋਇਆ ਹੈ। ਸੋ ਉੱਥੋਂ ਵਿਦਵਾਨਾਂ ਨੇ ਇੱਕ ਮਤ ਹੋ ਕੇ ਇਸ ਗੱਲ ਤੇ ਰਾਏ ਦਿੱਤੀ ਕਿ ਇਹ ਸ਼ਲੋਕ ਹੀ ਹੈ, ਇਸ ਨੂੰ ਸ਼ਲੋਕ ਦੇ ਰੂਪ ਵਿੱਚ ਹੀ ਪੜ੍ਹਿਆ ਜਾਵੇ, ਕਿਉਂਕਿ ਉੱਥੇ ਸ਼ਲੋਕ ਦੇ ਰੂਪ ਦੇ ਵਿੱਚ ਇਹ ਆ ਚੁੱਕਿਆ ਹੈ। ਤੇ ਦੂਸਰਾ ਸ਼ਲੋਕ ਹੈ ਜੋ ਅਖੀਰ ਵਿੱਚ ਅਸੀਂ ਪੜ੍ਹਦੇ ਹਾਂ, ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਸੋ ਇਸ ਬਾਣੀ ਦੇ ਦੋ ਸ਼ਲੋਕ 38 ਪੌੜੀਆਂ ਹਨ। ਜਪ ਸ਼ਬਦ ਤੱਕ ਦੀ ਵਿਚਾਰ ਆਪਾਂ ਕੱਲ ਸਰਵਣ ਕੀਤੀ ਸੀ। ਅਗਲੇਰੀ ਵਿਚਾਰ ਅੱਜ ਇਸ ਸ਼ਲੋਕ ਦੀ ਹੈ। ਮਹਾਰਾਜ ਇਹਦੇ ਵਿੱਚ ਸਮਾਂ ਤੇ ਸਮੇਂ ਨੂੰ ਬਣਾਉਣ ਵਾਲਾ, ਇਹਨਾਂ ਦੋਵਾਂ ਦਾ ਜ਼ਿਕਰ ਕਰ ਰਹੇ ਨੇ। ਹੁਣ ਇੱਕ ਚੀਜ਼ ਇਹਦੇ ਵਿੱਚ ਤੁਸੀਂ ਧਿਆਨ ਰੱਖਿਓ ਬਈ ਰਚਨਾ ਜਿਹੜੀ ਹੈ ਉਹ ਬਦਲ ਰਹੀ ਹੈ, ਪਰ ਰਚਨਹਾਰਾ ਨਹੀਂ ਬਦਲ ਰਿਹਾ। ਕਰਤੇ ਦੇ ਕ੍ਰਿਤ ਵਿੱਚ ਬਦਲਾਵ ਹੈ, ਪਰ ਕਰਤੇ ਵਿੱਚ ਬਦਲਾਵ ਨਹੀਂ ਹੈ। ਇਹਦੇ ਚਾਰ ਸ਼ਬਦ ਨੇ ਜੀ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਹੁਣ ਇਹਦੇ ਵਿੱਚ ਜਿਹੜੀ ਧਿਆਨ ਦੇਣ ਯੋਗ ਬਾਤ ਹੈ, ਜੋ ਨੁਕਤਾ ਹੈ, ਉਹ ਇਹ ਹੈ ਵੀ ਸੱਚ ਆਪਣੀ ਜਗ੍ਹਾ ਤੇ ਸਟੇਬਲ ਹੈ। ਸੱਚ ਇੱਕੋ ਜਗ੍ਹਾ ਤੇ ਰੁਕਿਆ ਹੋਇਆ, ਸੱਚ ਸੱਚ ਹੀ ਰਹਿੰਦਾ ਹੈ। ਆਦ ਬਦਲ ਗਿਆ, ਜੁਗਾਦ ਬਦਲ ਗਿਆ, ਹੈ ਭੀ ਬਦਲ ਗਿਆ, ਹੋਸੀ ਭੀ ਬਦਲ ਗਿਆ, ਪਰ ਸੱਚ ਨਹੀਂ ਬਦਲਿਆ। ਪਹਿਲਾ ਨੁਕਤਾ ਤੇ ਹੈ। ਆਦ ਜੁਗਾਦ ਵਿੱਚ ਬਦਲ ਗਿਆ, ਸੱਚ ਉੱਥੇ ਹੀ ਖੜਾ ਹੈ। ਜੁਗਾਦ ਬਦਲ ਕੇ ਹੈ ਭੀ ਦੇ ਰੂਪ ਦੇ ਵਿੱਚ ਆ ਗਿਆ, ਸੱਚ ਉੱਥੇ ਹੀ ਹੈ ਭੀ ਬਦਲ ਕੇ ਹੋਸੀ ਭੀ ਦਾ ਰੂਪ ਧਾਰਨ ਕਰ ਗਿਆ, ਪਰ ਸੱਚ ਵਿੱਚ ਕੋਈ ਬਦਲਾਵ ਨਹੀਂ ਆਉਂਦਾ। ਇਹੀ ਇਹਦੀ ਖੂਬਸੂਰਤੀ ਹੈ। ਜੋ ਇੱਕ ਹੈ ਨਾ, ਹੁਣ ਇਹ ਵੀ ਇੱਕ ਦੇ ਹੀ ਗੁਣ ਨੇ। ਇੱਕ ਜੋ ਸਤ ਨਾਮ ਹੈ, ਸਤ ਸਰੂਪ ਹੈ, ਉਹ ਹਮੇਸ਼ਾ ਹੀ ਸਤ ਰਹਿੰਦਾ ਹੈ। ਸੱਚ ਕਹਿੰਦੇ ਹੀ ਉਸ ਨੂੰ ਨੇ ਜੋ ਬਦਲੇ ਨਾ, ਜਿਸ ਵਿੱਚ ਘਾਟ ਵਾਧ ਨਾ ਹੋਵੇ, ਜੋ ਆਪਣਾ ਸਮਾਂ ਸਥਾਨ ਨਾ ਬਦਲੇ, ਜੋ ਮੌਕੇ ਅਨੁਸਾਰ ਨਾ ਬਦਲੇ, ਜੋ ਬਦਲ ਜਾਏ ਵਕਤ ਅਨੁਸਾਰ, ਸਮੇਂ ਅਨੁਸਾਰ, ਹਾਲਾਤਾਂ ਅਨੁਸਾਰ, ਉਹਨੂੰ ਸੱਚ ਨਹੀਂ, ਉਹਨੂੰ ਝੂਠ ਕਹਿੰਦੇ ਨੇ। ਤੇ ਇਸੇ ਲਈ ਮਾਇਆ ਨੂੰ ਬਾਣੀ ਵਿੱਚ ਝੂਠੀ ਕਿਉਂ? ਕਿਉਂਕਿ ਮਾਇਆ ਪਲ ਪਲ ਬਦਲ ਰਹੀ ਹੈ। ਸੰਸਾਰ ਵਿੱਚ ਵੀ ਬਦਲਾਵ ਹੈ, ਨੇਚਰ 'ਚ ਬਦਲਾਵ ਹੈ, ਸਾਡੇ ਸਰੀਰ 'ਚ ਬਦਲਾਵ ਹੈ, ਕਿਉਂਕਿ ਸਾਰਾ ਮਾਇਆ ਦਾ ਰੂਪ ਹੈ। ਇਸ ਚੀਜ਼ ਨੂੰ ਜ਼ਰੂਰ ਸਮਝ ਕੇ ਚੱਲਿਓ। ਆਕਾਰ ਤੇ ਨਿਰਾਕਾਰ, ਅਸੀਂ ਸਭ ਆਕਾਰ ਰੂਪ 'ਚ ਹਾਂ, ਸਾਕਾਰ ਰੂਪ, ਪਰ ਜੋ ਜੋਤ ਹੈ, ਇੱਕ ਹੈ, ਜੋ ਸਤ ਸਰੂਪ ਹੈ, ਉਹ ਨਿਰਾਕਾਰ ਹੈ, ਜਿਸ ਨੂੰ ਨਿਰੰਕਾਰ ਕਹਿੰਦੇ ਹਨ। ਹੁਣ ਇਹਦੀ ਸਭ ਤੋਂ ਪਹਿਲੀ ਖੂਬਸੂਰਤੀ ਹੈ, ਕਹਿੰਦੇ ਆਦ ਸੱਚ। ਹੁਣ ਆਦ ਸਾਧ ਸੰਗਤ ਉਹ ਵਕਤ ਹੈ ਜਦੋਂ ਵਕਤ ਵੀ ਨਹੀਂ ਹੈ। ਹੁਣ ਇਹ ਮਜਬੂਰੀ ਹੈ ਸਾਡੀ, ਵਕਤ ਸ਼ਬਦ, ਸਮਾਂ ਸ਼ਬਦ ਸਾਨੂੰ ਵਰਤਣਾ ਪਏਗਾ, ਪਰ ਉਦੋਂ ਸਮਾਂ ਵੀ ਨਹੀਂ ਹੈ, ਵਕਤ ਵੀ ਨਹੀਂ ਹੈ, ਪਰ ਆਪਾਂ ਨੂੰ ਗੱਲ ਨੂੰ ਸਮਝਣ ਵਾਸਤੇ ਵਕਤ ਤੇ ਸਮਾਂ ਸ਼ਬਦ ਪ੍ਰਯੋਗ ਕਰਨਾ ਪਏਗਾ। ਵੀ ਇੱਕ ਉਹ ਸਮਾਂ, ਉਹ ਵਕਤ ਜਦੋਂ ਕੁਝ ਵੀ ਨਹੀਂ ਹੈ, ਪਰ ਸੱਚ ਉਦੋਂ ਵੀ ਮੌਜੂਦ ਹੈ। ਮੁੱਢ ਤੋਂ ਜਦੋਂ ਮੁੱਢ ਮਤਲਬ ਸ੍ਰਿਸ਼ਟੀ ਦਾ ਮੁੱਢ ਨਹੀਂ ਹੈ, ਉਹਦਾ ਆਪਣਾ ਹੀ ਮੁੱਢ ਹੈ। ਬਸ ਉਹ ਆਪਣੇ ਆਪ ਵਿੱਚ ਆਪ ਹੀ ਸੰਪੂਰਨ ਕੰਪਲੀਟ ਰੂਪ ਦੇ ਵਿੱਚ ਹੈ। ਉਸੇ ਨੂੰ ਸੱਤਿਆ ਸਰੂਪ ਕਹਿੰਦੇ ਨੇ। ਜਦੋਂ ਹਲੇ ਕੋਈ ਸ੍ਰਿਸ਼ਟੀ ਨਹੀਂ, ਕੋਈ ਰਚਨਾ ਨਹੀਂ, ਕੋਈ ਆਕਾਰ ਨਹੀਂ, ਕੋਈ ਸਾਕਾਰ ਨਹੀਂ, ਕੋਈ ਸਰੀਰ ਨਹੀਂ, ਕੋਈ ਜੂਨ ਨਹੀਂ, ਕੋਈ ਧਰਤੀ ਨਹੀਂ,
कोई सूरज चंद्रमा कुछ भी नहीं। ਹੁਣ ਮਹਾਰਾਜ ਨੂੰ ਇਹਦਾ ਇੱਕ ਸਵਾਲ ਦਾ ਕਿਸੇ ਨੇ ਸਵਾਲ ਕੀਤਾ ਹੋਣਾ ਜਾਂ ਮਹਾਰਾਜ ਨੇ ਕੋਈ ਵਿਚਾਰ ਦਿੱਤੀ ਬਈ ਇਹ ਵਕਤ ਕਿੰਨਾ ਚਿਰ ਸੀ, ਇਹ ਸਮਾਂ ਕਿੰਨਾ ਚਿਰ ਸੀ ਜਦੋਂ ਕੇਵਲ ਆਦ ਸੱਚ ਸੀ, ਜਦੋਂ ਇਸ ਤਰ੍ਹਾਂ ਕਹਿ ਸਕਦੇ ਜਦੋਂ ਪਰਮੇਸ਼ਰ ਆਪ ਹੀ ਸੀ, ਹੋਰ ਕੁਝ ਵੀ ਨਹੀਂ ਸੀ, ਉਹ ਆਪ ਹੀ ਜੋਤ ਰੂਪ ਸੁੰਨ ਸਮਾਧ ਅਵਸਥਾ ਵਿੱਚ ਸੀ। ਗੁਰੂ ਸਾਹਿਬ ਕਹਿੰਦੇ ਆਪਾਂ ਮਾਰੂ 16 ਦੇ ਵਿੱਚ ਪੜ੍ਹਦੇ ਹਾਂ 1035 ਅੰਗ ਦੇ ਉੱਪਰ ਕਹਿੰਦੇ ਅਰਬਦ ਨਰਬਦ ਧੁੰਦੂ ਕਾਰਾ ਧਰਣੀ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏਂਦਾ। ਜਦੋਂ ਸੱਚ ਆਦ ਰੂਪ ਚ ਸੁੰਨ ਸਮਾਦ ਅਵਸਥਾ ਵਿੱਚ ਹੈ ਉਦੋਂ ਕੁਝ ਵੀ ਨਹੀਂ ਹੈ। ਅਰ ਇਹ ਕਿੰਨਾ ਸਮਾਂ ਚੱਲਿਆ ਇਹ ਸੁੰਨ ਸਮਾਦ ਦੀ ਅਵਸਥਾ। ਕਹਿੰਦੇ ਇਹ ਅਵਸਥਾ ਵਿੱਚ ਉਹ ਅਰਬਦ ਨਰਬਦ ਸੰਸਾਰ ਦੇ ਅਰਬਾਂ ਖਰਬਾਂ ਸਾਲ, ਅਰਬ ਤੋਂ ਬਾਅਦ ਨਰਬ, ਨਰਬ ਦਾ ਅਰਥ ਹੁੰਦਾ ਜਿੱਥੇ ਅਰਬ ਵੀ ਕੰਮ ਨਹੀਂ ਕਰਦੇ, ਅਰਬਾਂ ਤੋਂ ਵੀ ਪਰੇ ਨਾ ਅਰਬ, ਉਹਨੂੰ ਨਰਬਦ ਕਹਿੰਦੇ ਨੇ। ਅਰਬਾਂ ਖਰਬਾਂ ਮਤਲਬ ਅਨੰਤ ਕਾਲ ਬੇਅੰਤ ਸਮਾਂ, ਮਤਲਬ ਜੋ ਸਮਾਂ ਗਿਣਤੀ ਵਿੱਚ ਨਹੀਂ ਹੈ, ਇੰਨਾ ਸਮਾਂ ਤੇ ਉਹ ਸੁੰਨ ਸਮਾਂ ਦੇ ਵਿੱਚ ਸੀ। ਧੁੰਦੂਕਾਰਾ ਛਾਇਆ ਹੋਇਆ ਸੀ, ਕੇਵਲ ਸ੍ਰਿਸ਼ਟੀ ਨਹੀਂ ਸੀ, ਰਚਨਾ ਕੁਝ ਵੀ ਨਹੀਂ ਸੀ, ਮੈਟੀਰੀਅਲ ਨਹੀਂ ਸੀ, ਪਦਾਰਥ ਨਹੀਂ ਸਨ ਤੇ ਸਰੀਰ ਵੀ ਨਹੀਂ ਸੀ। ਹਾਂ ਜੋਤ ਸੀ, ਪਰ ਅਸੀਂ ਜਿੰਨੇ ਜੀਵ ਅਸੀਂ ਉਹਦੇ ਵਿੱਚ ਸਾਂ, ਅਸੀਂ ਉਹਦੇ ਰੂਪ ਹੀ ਸਾਂ, ਅਸੀਂ ਜੋਤ ਦੇ ਸਾਂ। ਉਹਨੂੰ ਉਹ ਵਕਤ ਹੈ ਜਿਹੜਾ ਜਦੋਂ ਅਰਬਦ ਨਰਬਦ ਹੈ, ਧੁੰਦੂਕਾਰ ਹੈ, ਉਹ ਆਦ ਸੱਚ ਦਾ ਵਕਤ ਹੈ, ਜਦੋਂ ਸ੍ਰਿਸ਼ਟੀ ਰਚਨਾ ਹੁੰਦੀ ਹੀ ਨਹੀਂ, ਜਾਂ ਇੰਜ ਕਹਿ ਸਕਦੇ ਸ੍ਰਿਸ਼ਟੀ ਰਚਨਾ ਦਾ ਖਿਆਲ ਤੱਕ ਵੀ ਨਹੀਂ ਹੁੰਦਾ, ਪਰ ਆਦ ਵਿੱਚ ਉਹ ਉਦੋਂ ਆਪਣੇ ਆਪ ਵਿੱਚ ਆਪ ਹੀ ਪੂਰਨ ਕੰਪਲੀਟ ਰੂਪ ਵਿੱਚ ਹੁੰਦਾ ਹੈ। ਉਸ ਤੋਂ ਬਾਅਦ ਦੂਜਾ ਸ਼ਬਦ ਵਰਤਿਆ, ਹੁਣ ਆਦ ਤੋਂ ਬਦਲ ਕੇ ਜੁਗਾਦ ਵਿੱਚ ਆ ਗਿਆ। ਕੌਣ ਆ ਗਿਆ? ਸੱਚ ਆ ਗਿਆ, ਪਰ ਸੱਚ ਨਿਰਲੇਪ ਹੈ। ਆਦ ਜੁਗਾਦ ਵਿੱਚ ਬਦਲ ਗਿਆ, ਸੱਚ ਨਹੀਂ ਬਦਲ ਗਿਆ, ਸੱਚ ਉਸੇ ਤਰ੍ਹਾਂ ਹੀ ਕਾਇਮ ਹੈ। ਇਹਦੇ ਨਾਲ ਇਹ ਨਹੀਂ ਵੀ ਸੱਚ ਦੀ ਪਾਵਰ ਘਟ ਗਈ ਹੁਣ ਜਾਂ ਸੱਚ ਦੀ ਪਾਵਰ ਵੱਧ ਗਈ, ਪਾਵਰ ਉਹਦੀ ਉਨੀ ਸੀ, ਬਟ ਹੁਣ ਉਹਨੇ ਆਪਣੀ ਪਾਵਰ ਨੂੰ ਯੂਜ਼ ਕੀਤਾ ਹੈ। ਪਹਿਲਾਂ ਪਾਵਰ ਯੂਜ਼ਲੈਸ ਸੀ, ਹੁਣ ਪਾਵਰ ਦਾ ਯੂਟਿਲਾਈਜ਼ ਹੋ ਗਿਆ, ਉਹਨੇ ਇਹਨੂੰ ਸਾਕਾਰ ਰੂਪ ਦਿੱਤਾ ਆਪਣੇ ਆਪ ਨੂੰ। ਇੱਥੋਂ ਯੁੱਗ ਬਣੇ। ਯੁੱਗ ਦਾ ਅਰਥ ਹੁੰਦਾ ਸਮਾਂ। ਦੇਖੋ ਯੁੱਗ ਸ਼ਬਦ ਦਾ ਅਰਥ ਦੋ ਵੀ ਹੁੰਦਾ ਹੈ, ਧਿਆਨ ਵਿੱਚ ਰੱਖਿਓ। ਯੁੱਗ ਸ਼ਬਦ ਦਾ ਅਰਥ ਟੂ ਵੀ ਹੁੰਦਾ ਹੈ, ਯੁੱਗ ਸ਼ਬਦ ਦਾ ਅਰਥ ਟਾਈਮ ਵੀ ਹੁੰਦਾ ਹੈ। ਇਹ ਸ਼ਬਦ ਪ੍ਰਕਰਣ ਜੋ ਉਹਦੇ ਵਿੱਚ ਹਾਲਾਤ ਜਾਂ ਜਿਸ ਗੱਲ ਦਾ ਵਰਣਨ ਚੱਲਦਾ ਉਹਦੇ ਮੁਤਾਬਿਕ ਸਾਨੂੰ ਆਪਣੇ ਆਪ ਅਰਥਾਂ ਦਾ ਪਤਾ ਲੱਗ ਜਾਏਗਾ। ਟੂ ਜਾਂ ਦੋ ਕਿੱਥੇ ਵਰਤਿਆ ਗਿਆ, ਟਾਈਮ ਜਾਂ ਸਮਾਂ ਕਿੱਥੇ ਵਰਤਿਆ ਗਿਆ। ਹੁਣ ਕਹਿੰਦੇ ਯੁੱਗ ਆਦ, ਜਦੋਂ ਯੁੱਗਾਂ ਦਾ ਆਦ ਹੋਇਆ, ਜਦੋਂ ਸਮੇਂ ਦਾ ਆਦ ਹੋਇਆ, ਸਮਾਂ ਆਰੰਭ ਹੋਇਆ, ਉਦੋਂ ਵੀ ਸੱਚ ਹੈ। ਸੱਚ ਤੇ ਕਿਤੇ ਵੀ ਨਹੀਂ ਗਿਆ। ਸੱਚ ਹਮੇਸ਼ਾ ਹੀ ਹੁੰਦਾ, ਜੋਤ ਹਮੇਸ਼ਾ ਹੀ ਹੈ, ਇੱਕ ਹਮੇਸ਼ਾ ਹੀ ਹੈ। ਇਹੀ ਉਹਦਾ ਵੱਡਾ ਗੁਣ ਹੈ। ਇਸੇ ਕਰਕੇ ਹੀ ਸਾਰੀ ਦੁਨੀਆ ਇਹ ਜੋ ਸਾਕਾਰ ਰੂਪ ਹੈ ਉਸ ਨਿਰਾਕਾਰ ਦੇ ਅੱਗੇ ਝੁਕਦਾ ਹੈ। ਨਿਰੰਕਾਰ ਨੂੰ ਕਿਹਾ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਜੋ ਸਦਾ ਹੀ ਸਲਾਮਤ ਹੁੰਦਾ। ਹੁਣ ਯੁੱਗ ਆ ਗਏ, ਯੁੱਗ ਬਣੇ ਨੇ ਮਾਇਆ ਦੇ, ਸਮਾਂ ਬਣਿਆ ਮਾਇਆ ਦੇ। ਸਮੇਂ ਦਾ ਪ੍ਰਭਾਵ ਹੈ ਮਾਇਆ ਦੇ, ਯੁੱਗਾਂ ਤੇ, ਇਸ ਧਰਤੀ ਤੇ, ਕਾਇਨਾਤ ਤੇ, ਰਚਨਾ ਤੇ, ਪਦਾਰਥ ਤੇ, ਮੈਟੀਰੀਅਲ ਤੇ, ਸਰੀਰ ਤੇ। ਸਮਾਂ ਸਾਡੇ ਸਰੀਰ, ਇਹ ਵੀ ਧਿਆਨ ਚ ਰੱਖੋ, ਸਮਾਂ ਆਪਾਂ ਕਹਾਂਗੇ ਸਮਾਂ ਸਾਡੇ ਤੇ ਪ੍ਰਭਾਵ ਪਾ ਰਿਹਾ, ਪਰ ਸਾਡੇ ਨੂੰ ਡਿਫਾਈਨ ਕਰਨਾ ਜ਼ਰੂਰੀ ਹੈ। ਸਾਡੇ ਦਾ ਅਰਥ ਸਰੀਰ ਕਰਾਂਗੇ, ਜੋਤ ਤੇ ਸਮੇਂ ਦਾ ਪ੍ਰਭਾਵ ਨਹੀਂ ਹੈ। ਮਨ ਦੇ ਉੱਪਰ ਸਮੇਂ ਦਾ ਪ੍ਰਭਾਵ ਨਹੀਂ ਹੈ। ਆਤਮਾ ਸਮੇਂ ਤੋਂ ਮੁਕਤ ਹੈ, ਸਰੀਰ ਸਮੇਂ ਦੇ ਵਿੱਚ ਹੈ। ਸਾਡੇ ਸਰੀਰ ਦੇ ਬਣਨ ਦਾ ਟਾਈਮ ਹੈ, ਫਿਰ ਇਹਨੂੰ ਹਰ ਇੱਕ ਪੀਰੀਅਡ ਮਿਲਿਆ। ਬਚਪਨ ਦਾ ਪੀਰੀਅਡ ਹੈ, ਜਵਾਨੀ ਦਾ ਪੀਰੀਅਡ ਹੈ, ਬੁਢਾਪੇ ਦਾ ਵੀ ਇੱਕ ਪੀਰੀਅਡ ਹੈ, ਸਮਾਂ ਹੈ। ਉਸ ਤੋਂ ਬਾਅਦ ਉਹ ਸਾਰੇ ਇੱਕ ਮਨੁੱਖਾ ਜਨਮ ਦਾ ਟਾਈਮ, ਸਮਾਂ, ਪੀਰੀਅਡ, ਉਸ ਤੋਂ ਬਾਅਦ ਡੈਥ। ਕਿਉਂ? ਕਿਉਂਕਿ ਕਾਲ ਵਿੱਚ ਸੀ, ਯੁੱਗ ਵਿੱਚ ਬੰਨਿਆ ਹੋਇਆ, ਪਰ ਉਹ ਯੁੱਗ ਤੋਂ ਪਰੇ। ਜਿੱਥੇ ਯੁੱਗ ਵੀ ਅਸਰ ਨਹੀਂ ਪਾ ਸਕਦੇ ਉਹ ਆਦ ਹੁੰਦਾ। ਜਦੋਂ ਯੁੱਗ ਸ਼ੁਰੂ ਹੋ ਗਏ, ਵਕਤ ਸ਼ੁਰੂ ਹੋ ਗਿਆ, ਸ੍ਰਿਸ਼ਟੀ ਬਣ ਗਈ, ਰਚਨਾ ਬਣ ਗਈ, ਉਹ ਸੁੰਨ ਸਮਾਧ ਚੋਂ ਬਾਹਰ ਨਿਕਲ ਆਇਆ। ਇਹਨੂੰ ਕਹਿੰਦੇ ਨੇ ਜੁਗਾਦ ਸੱਚ। ਪਰ ਸੱਚ ਫੇਰ ਕਾਇਮ ਹੈ। ਸੱਚ ਦੀ ਵਿਸ਼ੇਸ਼ਤਾ ਹੀ ਇਹ ਹੈ ਕਿ ਉਹ ਫੇਰ ਵੀ ਉਨੀ ਕੁਆਲਿਟੀ, ਉਨੀ ਪਾਵਰ ਵਾਲਾ ਜਿੰਨਾ ਆਦਿ ਵਿੱਚ ਸੀ। ਹੁਣ ਤੀਸਰਾ ਆ ਗਿਆ ਹੈ ਭੀ। ਹੈ ਭੀ ਦਾ ਅਰਥ ਕੀ ਹੈ? ਹੁਣ ਇਹਦਾ ਆਪਾਂ ਸਾਰੇ ਸਮਝਿਆ ਪ੍ਰੈਜ਼ੈਂਟ ਟਾਈਮ, ਵਰਤਮਾਨ ਕਾਲ।
ਹੁਣ ਇੱਕ ਤਾਂ ਉਸ ਕਾਲ ਹੈ, ਉਹ ਸਮਾਂ ਜਦੋਂ ਹੈ ਕੁਛ ਨਹੀਂ, ਭਾਵ ਜਿੱਥੇ ਸਾਡੀ ਗਿਣਤੀ ਮਿਣਤੀ, ਜਿੱਥੇ ਤੁਹਾਡਾ ਕੋਈ ਤੋਲ ਨਾਪ ਕੋਈ ਕੰਮ ਹੀ ਨਹੀਂ ਕਰ ਸਕਦਾ। ਜੁਗਾਦ ਜਦੋਂ ਗਿਣਤੀ ਮਿਣਤੀ ਕੰਮ ਕਰੇਗੀ, ਹੈ ਵੀ ਜਦੋਂ ਤੁਸੀਂ ਕਦੇ ਵੀ ਇੱਕ ਚੀਜ਼ ਵਰਤ ਸਕਦੇ ਹੋ, ਪਰਖ ਸਕਦੇ ਹੋ, ਕਰ ਸਕਦੇ ਹੋ, ਪਰ ਸੱਚ ਹੁਣ ਵੀ ਉਨੀ ਪਾਵਰ ਵਿੱਚ ਹੈ ਜਿੰਨਾ ਆਦਿ ਵਿੱਚ ਸੀ। ਅੱਜ ਵੀ ਸੱਚ ਦੀ ਉਨੀ ਪਾਵਰ ਹੈ, ਅੱਜ ਵੀ ਮੌਜੂਦ ਹੈ। ਹੁਣ ਇਹਦਾ ਸਬੂਤ ਕੀ ਹੈ? ਸਬੂਤ ਇਹਦਾ ਸਭ ਤੋਂ ਵੱਡਾ ਇਹ ਹੈ, ਇਹ ਜਿਹੜਾ ਜੀਵ ਹੈ ਨਾ, ਜੀਵ ਜਾਂ ਜਿਹੜਾ ਮਨ ਹੈ, ਜਿਹੜਾ ਬੰਦਾ ਹੈ, ਇਨਸਾਨ ਹੈ, ਇਹਦਾ ਤੁਰਨਾ ਫਿਰਨਾ, ਵਿਚਰਨਾ, ਹੱਸਣਾ, ਬੋਲਣਾ, ਚੱਲਣਾ, ਗੱਲ ਕਰਨੀ, ਸੰਸਾਰ ਦੇ ਵਿੱਚ ਚਲਾਇਮਾਨ ਹੈ, ਸੰਸਾਰ ਨਾਲ ਜੁੜਿਆ, ਇਹੀ ਸਭ ਤੋਂ ਵੱਡਾ ਸਬੂਤ ਹੈ, ਪ੍ਰੂਫ ਹੈ ਕਿ ਉਹ ਹੈ ਵੀ ਸੱਚ, ਸੱਚ ਅੱਜ ਵੀ ਮੌਜੂਦ ਹੈ। ਕਿਉਂਕਿ ਉਹਦੇ ਤੋਂ ਬਿਨਾਂ ਸਾਡੀ ਹੋਂਦ ਮੰਨੀ ਹੀ ਨਹੀਂ ਜਾ ਸਕਦੀ। ਸੱਚ ਤੋਂ ਬਿਨਾਂ ਮਾਇਆ ਆ ਹੀ ਨਹੀਂ ਸਕਦੀ। ਠੀਕ ਹੈ, ਦੇਖੋ ਹੁਣ ਜੁਗਾਦ ਜਦੋਂ ਕੀ ਬਣਿਆ, ਜੁਗਾਦ ਨੂੰ ਅਸੀਂ ਉਹ ਵੀ ਕਹਿ ਸਕਦੇ ਜਦੋਂ ਸੱਚ ਤੋਂ ਆਰੰਭਤਾ ਹੋਈ ਕਾਲਾਂ ਦੀ। ਸੱਚ ਤੇ ਪਵਨ ਭਇਆ, ਪਵਨ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਜਦੋਂ ਸੱਚ ਨੇ ਪਵਨਾ ਪੈਦਾ ਕੀਤਾ, ਹਵਾ ਪੈਦਾ ਕੀਤੀ, ਪਵਨ ਗੁਰੂ ਪੈਦਾ ਕੀਤਾ, ਉਹਨੇ ਆਪਣਾ ਸਾਕਾਰ ਰੂਪ ਪ੍ਰਗਟ ਕੀਤਾ ਸੀ ਹੁਕਮ ਦੇ ਰੂਪ ਵਿੱਚ। ਉਦੋਂ ਇੱਕ ਹੋਰ ਇਹਨੂੰ ਸਮਝੀ, ਇੱਕ ਹੁੰਦਾ ਹਾਕਮ, ਇੱਕ ਹੁੰਦਾ ਹੁਕਮ। ਉਦੋਂ ਹਾਕਮ ਕੱਲਾ ਸੀ ਆਦਿ ਸੱਚ ਵਿੱਚ, ਜੁਗਾਦ ਵਿੱਚ ਹਾਕਮ ਤੇ ਹੁਕਮ ਦੋ ਹੋ ਗਏ। ਦੋ ਹੈ ਨਹੀਂ, ਪਰ ਉਹਨੇ ਆਪਣੇ ਆਪ ਨੂੰ ਦੂਸਰਾ ਰੂਪ ਆਪਣਾ ਪ੍ਰਗਟ ਕੀਤਾ ਹੁਕਮ ਦਾ। ਹੁਕਮ ਦੇ ਨਾਲ ਹੀ ਸ੍ਰਿਸ਼ਟੀ ਬਣੀ ਹੈ, ਹੁਕਮ ਹੀ ਹੋਵਨ ਆਕਾਰ। ਤਾਂ ਹੀ ਯੁੱਗ ਹੈ ਨਾ, ਯੁੱਗ ਬਣਿਆ ਕਿਵੇਂ? ਹੁਕਮ ਨਾਲ। ਕੋਈ ਆਕਾਰ ਬਣਦਾ ਹੈ। ਅਸੀਂ ਕੋਈ ਜਦ ਕਹਿ ਲਈਏ ਕੰਮ ਕਰਦੇ ਹਾਂ, ਜਾਂ ਮਾਂ ਬਾਪ ਨੇ ਬੱਚੇ ਨੂੰ ਕੁਝ ਆਰਡਰ ਕੀਤਾ, ਬੱਚੇ ਨੇ ਉਹ ਐਕਸ਼ਨ ਕਰਕੇ ਉਹ ਕੰਮ ਕੀਤਾ, ਇਟ ਮੀਨ ਮਾਂ ਪਹਿਲਾਂ ਵੀ ਸੀ, ਹੁਣ ਮਾਂ ਤੇ ਮਾਂ ਦਾ ਹੁਕਮ, ਦੋ ਚੀਜ਼ਾਂ ਹੋ ਗਈਆਂ, ਪਰ ਦੋ ਹੋ ਕੇ ਵੀ ਇੱਕੋ ਹੀ ਨੇ। ਦੋ ਹੋ ਕੇ ਵੀ ਇੱਕੋ ਹੀ ਨੇ, ਸਮਝਣ ਵਿੱਚ ਦੋ ਨੇ, ਸਮਝਣ ਵਾਸਤੇ ਦੋ ਮੰਨਣੇ ਪੈਣਗੇ, ਪਰ ਉਹ ਤੋਂ ਪਿੱਛੇ ਜਾ ਕੇ ਫਿਰ ਪਾਵਰ ਸਾਰੀ ਇੱਕ ਦੀ ਹੋਈ ਹੈ। ਮਾਂ ਬਾਪ ਦਾ ਹੁਕਮ, ਮਾਂ ਬਾਪ ਇੱਕ ਉਦੋਂ ਨੇ ਜਦੋਂ ਹੁਕਮ ਨਹੀਂ ਕਰਦੇ, ਇੱਕ ਉਦੋਂ ਨੇ ਜਦੋਂ ਹੁਕਮ ਕਰਦੇ ਨੇ। ਭਾਵ ਇਹਦਾ ਇਹ ਹੈ ਵੀ ਹਾਕਮ ਸਦਾ ਹੀ ਹੁੰਦਾ ਹੈ, ਹੁਕਮ ਕਦੇ ਹੁੰਦਾ ਹੈ। ਹੁਕਮ ਜਾਂ ਰਚਨਾ ਵੇਲੇ ਕਹਿ ਸਕਦੇ ਹਾਂ। ਸ੍ਰਿਸ਼ਟੀ ਵਿੱਚ, ਰਚਨਾ ਵਿੱਚ ਹੁਕਮ ਦੀ ਲੋੜ ਹੈ। ਜਦੋਂ ਹਾਕਮ ਆਪੇ, ਉਹਨੇ ਕਿਹਨੂੰ ਹੁਕਮ ਦੇਣਾ? ਬਾਪੂ ਜਦੋਂ ਸਾਡਾ ਪਿਓ ਘਰ ਦੇ ਵਿੱਚ ਇਕੱਲਾ ਹੀ ਬੈਠਾ ਹੋਵੇ, ਕਿਹਨੂੰ ਹੁਕਮ ਦੇਗਾ, ਕਿਹਨੂੰ ਆਰਡਰ ਦੇਗਾ? ਇਕੱਲਾ ਹੀ ਆਪਣੇ ਆਪ ਦੇ ਵਿੱਚ ਮਸਤ ਹੈ। ਬਟ ਜਦੋਂ ਦੂਜਾ ਆਏਗਾ ਕੋਈ, ਉਦੋਂ ਆਰਡਰ ਦੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ। ਉਦੋਂ ਨੂੰ ਕਹਿ ਸਕਦਾ ਹੈ ਆਹ ਚੀਜ਼ ਰੱਖ ਦਿਓ, ਆਹ ਬਣਾ ਦਿਓ, ਆਹ ਲਿਆ ਦਿਓ, ਇਹਨੂੰ ਹਟਾ ਦਿਓ, ਇਹਨੂੰ ਚਲਾ ਦਿਓ, ਇਹਨੂੰ ਰੋਕ ਦਿਓ। ਦੂਜੇ ਨਾਲ ਹੁਕਮ ਸ਼ੁਰੂ ਹੋ ਗਿਆ। ਜਦੋਂ ਮਾਇਆ ਕੀ ਹੈ? ਮਾਇਆ ਉਸੇ ਦਾ ਦੂਸਰਾ ਰੂਪ ਹੈ, ਦੂਸਰੇ ਦੇ ਨਾਲ ਹੀ ਦਾ ਹੁਕਮ ਸ਼ੁਰੂ ਹੁੰਦਾ ਹੈ। ਹਾਕਮ ਤੇ ਹੁਕਮ ਦੋ ਹੋ ਗਏ ਹਨ, ਪਰ ਹੁਕਮ ਹਾਕਮ ਦਾ, ਹੁਕਮ ਸਦਾ ਨਹੀਂ ਹੁੰਦਾ, ਹਾਕਮ ਸਦਾ ਹੀ ਹੁੰਦਾ ਹੈ, ਸੱਚ ਸਦਾ ਹੀ ਹੁੰਦਾ ਹੈ। ਹੁਕਮ ਕੇਵਲ ਰਚਨਾ ਵੇਲੇ ਹੁੰਦਾ ਹੈ। ਹੁਣ ਕਹਿੰਦੇ ਵੀ ਜਦੋਂ ਹੈ ਵੀ ਸੱਚ, ਪ੍ਰੈਜ਼ੈਂਟ ਟਾਈਮ ਸਾਡੀ ਜਿਹੜੀ ਹੋਂਦ ਹੈ, ਇਸ ਉਸ ਹੈ ਵੀ ਦੇ ਸੱਚ ਹੋਣ ਦਾ ਪ੍ਰਤੱਖ ਸਬੂਤ ਹੈ। ਮਹਾਰਾਜ ਕਹਿੰਦੇ ਸਭੈ ਘਟ ਰਾਮ ਬੋਲੇ, ਤੇਰੇ ਵਿੱਚ ਰਾਮ ਬੋਲ ਰਿਹਾ, ਤੂੰ ਜਿਉਂਦਾ ਜਾਗਦਾ, ਇਹ ਉਹਦੇ ਹੋਣ ਦਾ ਸਬੂਤ ਹੈ ਵੀ ਹੋਣ ਦਾ ਸਬੂਤ ਹੈ। ਉਹ ਮੌਜੂਦ ਹੈ। ਸਭਨੀ ਘਟੀ ਸ਼ੌ ਵਸੈ, ਸ਼ਹੁ ਬਿਨ ਘਟ ਨਾ ਕੋਏ। ਇਹ ਉਹਦੀ ਹਸਤੀ ਦਾ ਸਬੂਤ ਹੈ, ਉਹਦੀ ਹੋਣ ਦਾ ਸਬੂਤ ਹੈ, ਉਹਦੇ ਹੈ ਵੀ ਸੱਚ ਹੋਣ ਦਾ ਸਬੂਤ ਹੈ। ਹੁਣ ਦੇਖੋ, ਆਪਾਂ ਜਿਹੜਾ ਕਰਤਾ ਪੁਰਖ ਵਿਚਾਰਿਆ ਸੀ ਨਾ, ਇੱਕ ਦਾ ਵਿਸ਼ੇਸ਼ਣ, ਅਗਲਾ ਵੱਡਾ ਗੁਣ, ਉਹ ਸੀ ਕਰਤਾ ਪੁਰਖ, ਜਿਹਨੇ ਸਭ ਕੁਝ ਕੀਤਾ ਤੇ ਸਭ ਵਿੱਚ ਵਸਿਆ ਹੋਇਆ। ਹੁਣ ਦੇਖੋ, ਸਾਡੇ ਸਰੀਰ 'ਚ ਵਸਦਾ ਹੈ, ਜੋਤ ਰੂਪ 'ਚ, ਹੁਕਮ ਰੂਪ 'ਚ, ਗਿਆਨ ਰੂਪ 'ਚ, ਪ੍ਰਕਾਸ਼ ਰੂਪ 'ਚ। ਸਰੀਰ ਨੂੰ ਰੋਗ ਲੱਗਦਾ ਹੈ, ਪਰ ਸੱਚ ਨੂੰ ਰੋਗ ਨਹੀਂ ਲੱਗਦਾ, ਮਨ ਨੂੰ ਵੀ ਰੋਗ ਨਹੀਂ ਲੱਗਦਾ, ਜੋਤ ਨੂੰ ਰੋਗ ਨਹੀਂ ਲੱਗਦਾ। ਆਪਾਂ ਕਹਿੰਦੇ ਆ ਬੰਦੇ ਨੂੰ ਫੀਵਰ ਹੋ ਗਿਆ, ਬੋਡੀ ਨੂੰ ਟੈਂਪਰੇਚਰ ਹੋ ਗਿਆ, ਉਹ ਬੋਡੀ ਨੂੰ ਹੋਇਆ, ਸਰੀਰ ਨੂੰ ਹੋਇਆ, ਜੋਤ ਨੂੰ ਨਹੀਂ ਹੋਇਆ। ਨਾ ਕਰਤੇ ਨੂੰ ਹੋਇਆ, ਨਾ ਉਹਦੀ ਜੋਤ ਨੂੰ ਹੋਇਆ। ਸੱਟ ਲੱਗੀ, ਲੱਤ ਟੁੱਟ ਗਈ, ਸੱਚ ਦੀ ਲੱਤ ਨਹੀਂ ਟੁੱਟੀ, ਜੋਤ ਦੀ ਵੀ ਲੱਤ ਨਹੀਂ ਟੁੱਟੀ, ਕਿਉਂਕਿ ਉਹਦੀ ਲੱਤ ਹੁੰਦੀ ਨਹੀਂ, ਉਹਦਾ ਆਕਾਰ ਹੁੰਦਾ ਹੀ ਨਹੀਂ, ਉਹ ਸਰੀਰ ਦਾ ਜੁੜੇ। ਹੁਣ ਮਨ ਕਿਉਂਕਿ ਸਰੀਰ ਨਾਲ ਜੁੜੇ, ਇਸ ਕਰਕੇ ਦੁੱਖ ਪਾਉਂਦਾ ਹੈ। ਮਨ ਦੁਖੀ ਕਿਉਂ ਹੈ?
ਕਿਉਂਕਿ ਇਹਨੇ ਮੰਨਿਆ ਵੀ ਸਰੀਰ ਮੇਰਾ ਹੈ, ਇਹ ਲੱਤ ਮੇਰੀ, ਇਹ ਬਾਂਹ ਮੇਰੀ, ਇਹ ਚਿਹਰਾ ਮੇਰਾ। ਹੁਣ ਸੋਚੋ ਵੀ ਇੰਨੀ ਗਹਿਰਾਈ ਨਾਲ ਇਹ ਜੁੜਿਆ ਹੋਇਆ ਹੈ, ਤੇ ਜੇ ਇੰਨਾ ਜੁੜਿਆ ਤੇ ਉਹਦਾ ਦੁੱਖ ਪਾਏਗਾ ਹੀ ਪਾਏਗਾ। ਅਟੈਚਮੈਂਟ ਹੈ ਸਾਡੀ ਮਾਇਆ ਨਾਲ। ਇਸ ਅਟੈਚਮੈਂਟ ਤੋਂ ਅਸੀਂ ਡਿਟੈਚਮੈਂਟ ਤੱਕ ਜਾਣਾ ਹੈ। ਇਹਦੇ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਕਰਤੇ ਦਾ ਹੁਕਮ ਗਿਆਨ ਰੂਪ ਦੇ ਵਿੱਚ ਮੰਨਣਾ ਪਏਗਾ, ਜਾਂ ਉਹਦਾ ਗਿਆਨ ਪ੍ਰਾਪਤ, ਉਹਦੀ ਸਮਝ ਲੈਣੀ ਪਏਗੀ। ਉਹਨੇ ਜੋ ਪ੍ਰਕਾਸ਼ ਸਾਨੂੰ ਦਿੱਤਾ ਹੈ, ਚਾਨਣ ਦਿੱਤਾ ਹੈ, ਸੋਝੀ ਦਿੱਤੀ ਹੈ, ਉਹ ਸੋਝੀ, ਉਹ ਗਿਆਨ, ਉਹ ਪ੍ਰਕਾਸ਼ ਜਿਉਂ-ਜਿਉਂ ਇਹ ਮਨ ਇਸ ਅਕਲ ਮਤ ਬੁੱਧ ਧਾਰਨ ਕਰਦੇ ਜਾਣਗੇ, ਤਿਉਂ-ਤਿਉਂ ਇਹਨਾਂ ਦਾ ਮਾਇਆ ਨਾਲੋਂ, ਮੋਹ ਨਾਲੋਂ, ਸਰੀਰ ਨਾਲੋਂ ਜੋ ਹੈ ਮੋਹ ਹੈ, ਪਕੜ ਹੈ, ਉਹ ਖਤਮ ਹੁੰਦੀ ਜਾਏਗੀ। ਖਤਮ ਹੋਣ ਦਾ ਭਾਵ ਇਹ ਹੈ ਵੀ ਫਿਰ ਅਸੀਂ ਸਰੀਰ ਵਿੱਚ ਰਹਿ ਕੇ ਸਰੀਰ ਦੇ ਦੁੱਖ ਸੁੱਖ ਤੋਂ ਨਿਰਲੇਪ ਹੋ ਜਾਵਾਂਗੇ। ਜਿਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਹੁਣ ਕਮਲ ਨੇ ਰਹਿਣਾ ਪਾਣੀ ਦੇ ਵਿੱਚ ਹੀ ਹੈ, ਜੋਤ ਨੇ ਰਹਿਣਾ ਜਾਤ ਵਿੱਚ ਹੀ ਹੈ। ਜਾਤ ਦਾ ਅਰਥ ਹੈ ਸਰੀਰ। ਆਤਮਾ ਰਹੇਗੀ ਸਰੀਰ ਵਿੱਚ, ਪਰ ਇਸ ਤਰ੍ਹਾਂ ਰਹੇਗੀ ਜਿਵੇਂ ਜਲ ਮੈਂ ਕਮਲ ਨਿਰਾਲਮ, ਪਾਣੀ ਕਮਲ ਦੇ ਵਿੱਚ ਰਹਿ ਕੇ ਕਮਲ ਤੋਂ ਨਿਰਲੇਪ ਹੁੰਦਾ ਹੈ, ਜੋਤ ਮਨ ਸਰੀਰ 'ਚ ਰਹਿ ਕੇ ਸਰੀਰ ਤੋਂ ਨਿਰਲੇਪ ਹੋ ਜਾਏਗਾ। ਇਹ ਅਵਸਥਾ ਸਾਡੀ ਬਣ ਜਾਏਗੀ। ਉੱਥੇ ਫਿਰ ਕੀ ਹੁੰਦਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮੰਨੈ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧਿ ਪਰਸੈ ਨਾਹਨ, ਤੇ ਘਟ ਬ੍ਰਹਮ ਨਿਵਾਸਾ। ਨੈ ਨਿੰਦਿਆ ਨੈ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ। ਇਹ ਅਵਸਥਾ ਬਣ ਗਈ। ਇਹ ਬ੍ਰਹਮ ਗਿਆਨੀ ਸਦਾ ਨਿਰਲੇਪ ਦੀ ਅਵਸਥਾ ਹੈ। ਬਣ ਸਕਦੀ ਹੈ, ਪੋਸੀਬਲ ਹੈ, ਹੋ ਸਕਦਾ ਹੈ, ਹੋਇਆ ਹੋਇਆ। ਪਰ ਕਦੋਂ? ਹੁਣ ਫੇਰ ਸਾਨੂੰ ਗੁਰਪ੍ਰਸਾਦ ਤੇ ਆ ਜਾਣਾ ਚਾਹੀਦਾ। ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤੀ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਨੀ ਸੰਗ ਪਾਨੀ। ਹੁਣ ਜੋਤ ਜੋਤੀ ਵਿੱਚ ਸਮਾ ਗਈ, ਉਹਦਾ ਰੂਪ ਹੋ ਗਈ। ਇਹ ਬੂੰਦ ਸਾਗਰ ਵਿੱਚ ਮਿਲ ਗਈ। ਹੁਣ ਸਰੀਰ ਹੋਵੇ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ, ਹੁਣ ਮਾਇਆ ਹੋਵੇ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੂਲ ਮਿਲ ਗਿਆ ਨਾ, ਪਿਤਾ ਨਾਲ ਜੁੜ ਗਿਆ। ਆਪਣੇ ਘਰ ਦੇ ਵਿੱਚ ਵਾਪਸ ਆ ਗਿਆ, ਜਿੱਥੋਂ ਟੁੱਟਿਆ ਹੋਇਆ ਸੀ, ਭੱਜਿਆ ਹੋਇਆ ਸੀ, ਜਿੱਥੋਂ ਬਾਹਰ ਸੀ, ਨਿਕਾਲਾ ਮਿਲਿਆ ਸੀ, ਇਹਨੂੰ ਪਰਦੇਸੀ ਹੋਇਆ ਪਿਆ ਸੀ। ਜਦੋਂ ਬੰਦਾ ਕਈ ਸਾਲ ਬਾਹਰ ਰਹਿ ਕੇ ਆਪਣੇ ਘਰ ਦੇ ਵਿੱਚ ਆ ਜਾਏ ਨਾ, ਘਰ ਉਹਦਾ ਭਾਵੇਂ ਪੁਰਾਣਾ ਹੀ ਹੋਵੇ, ਕੱਖਾਂ ਦੀ ਕੁੱਲੀ ਹੋਵੇ, ਉਹਨੂੰ ਆਨੰਦ ਬਹੁਤ ਆਉਂਦਾ। ਉਹ ਕਹਿੰਦਾ ਜੋ ਸੁੱਖ ਆਪਣੇ ਘਰ ਤੋਂ ਬਾਹਰ ਕਿਤੇ ਵੀ ਨਹੀਂ ਹੈ। ਇਹ ਅਵਸਥਾ ਬਣਦੀ ਹੈ। ਪਰ ਕਹਿੰਦੇ ਇਹਨੂੰ ਸਮਝੋ, ਉਹ ਸੱਚ ਜਿਹਦੇ ਨਾਲ ਅਸੀਂ ਮਿਲਣਾ, ਜਿਹਦੇ ਨਾਲ ਜੁੜਨਾ, ਇਹ ਨਹੀਂ ਵੀ ਉਹ ਤੈਨੂੰ ਅੱਗੇ ਜਾ ਕੇ ਮਿਲੇਗਾ, ਪਿੱਛੇ ਜਾ ਕੇ ਮਿਲੇਗਾ। ਕਹਿੰਦੇ ਅੱਜ ਵੀ, ਹੁਣ ਵੀ ਤੇਰੇ ਨਾਲ ਹੈ, ਮੌਜੂਦ ਹੈ ਵੀ ਸੱਚ। ਸਾਰੀ ਕਾਇਨਾਤ ਨੂੰ ਚਲਾ ਰਿਹਾ, ਤਾਂ ਹੀ ਚਲਾ ਰਿਹਾ ਨਾ, ਜੇ ਹੈ, ਜੇ ਹੋਵੇ ਹੀ ਨਾ। ਹੁਣ ਅਸੀਂ ਗੱਲ ਕਰਦੇ ਹਾਂ ਵੀ 3 ਦੇਵਤੇ ਸੀਗੇ ਜੀ, ਦੇਵਤੇ ਤੇ ਚਲੇ ਗਏ, ਹੁਣ ਤੇ ਕੋਈ ਦੇਵਤਾ ਨਹੀਂ ਹੈਗਾ। ਬ੍ਰਹਮਾ ਵਿਸ਼ਨੂੰ ਮਹੇਸ਼ ਕਿਸੇ ਵਕਤ ਸੀ, ਅੱਜ ਤੇ ਕਿਤੇ ਨਹੀਂ ਹਨ। ਅੱਜ ਤੇ ਕੋਈ ਵੀ ਉਹਨਾਂ ਦੀ ਗੱਲ ਨਹੀਂ ਕਰਦਾ, ਹਿੰਦੂ ਵੀ ਨਹੀਂ ਗੱਲ ਕਰਦੇ। ਉਹਦਾ ਰੂਪ ਦਿਖਾਇਆ ਨਹੀਂ ਜਾ ਸਕਦਾ। ਅਸਲ 'ਚ ਗੱਲ ਇਹ ਹੈ ਵੀ ਇਹ ਜਿਹੜੇ 3 ਵੱਡੇ ਗੁਣ ਨੇ, ਇਹ ਪਰਮੇਸ਼ਰ ਦੇ ਆਪਣੇ ਨੇ। ਉਹਨੇ ਇਹ ਸਾਰੀ ਜ਼ਿੰਮੇਵਾਰੀ ਆਪਣੇ ਤੇ ਰੱਖੀ ਹੋਈ ਹੈ। ਰਚਨਾ ਉਹਨੇ ਰਚੀ ਹੈ, ਰਚਨਾ ਦੇ ਵਿੱਚ ਰਚ ਕੇ ਆਪਣੇ ਆਪ ਨੂੰ ਉਹਨੇ ਰਚਨਾ ਦੇ ਵਿੱਚ ਰੱਖਿਆ ਵੀ ਹੈ, ਬਟ ਰਚਨਾ ਤੋਂ ਨਿਰਲੇਪ ਹੈ। ਇਹਨੂੰ ਕਹਿੰਦੇ ਨੇ ਹੈ ਵੀ ਸੱਚ। ਜਦੋਂ ਜੋਤ ਮੂਲ ਨਾਲ ਜੁੜਦੀ ਹੈ, ਸੱਚ ਨਾਲ ਜੁੜਦੀ ਹੈ, ਜਾਂ ਮਨ ਸਾਡਾ ਅੰਤਰਾਤਮੇ ਵਸਦੇ ਸੱਚ ਨਾਲ ਜੁੜਦਾ ਹੈ, ਇਹ ਵੀ ਨਿਰਲੇਪ ਹੋ ਕੇ ਸੱਚ ਦਾ ਹੀ ਰੂਪ ਹੋ ਜਾਂਦਾ ਹੈ। ਹੈ ਹੁਣ ਵੀ ਹੈ, ਪਰ ਹੁਣ ਭੁੱਲਿਆ ਹੋਇਆ, ਹੁਣ ਭਟਕਿਆ ਹੋਇਆ। ਹੁਣ ਆਪਣੇ ਆਪ ਨੂੰ ਸਰੀਰ ਮੰਨਦਾ ਹੈ, ਆਪਣੇ ਆਪ ਨੂੰ 40 ਸਾਲ ਦਾ ਮੰਨਦਾ, 45 ਦਾ ਮੰਨਦਾ, 50 ਦਾ ਮੰਨਦਾ, ਫਿਰ ਬੁੱਢਾ ਮੰਨਦਾ, ਫਿਰ ਮੰਨਦਾ ਮੈਂ ਹੁਣ ਮਰ ਜਾਣਾ, ਫਿਰ ਮੰਨ ਲੈਂਦਾ ਮੈਂ ਮਰ ਵੀ ਗਿਆ। ਔਰ ਉੱਥੇ ਜਾ ਕੇ ਫਿਰ ਕਿਹਾ ਉਹਨੇ, ਉੱਥੇ ਜਾ ਕੇ ਦਾ ਸ਼ਬਦ ਹੈ ਉਹ, ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈਏ, ਰੋਵਣ ਹਾਰੇ ਕੀ ਕਵਨ ਟੇ, ਕੌਣ ਮੁਆਰੇ ਕੌਣ ਮੁਆ। ਕਹਿੰਦੇ ਮਰਿਆ ਕੀ ਹੈ ਪਹਿਲਾਂ ਤਾਂ ਇਹ ਦੱਸ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਇਹ ਚਲਤ ਹੈ, ਚਲਤ ਸੰਸਾਰ ਦਾ ਚਰਿੱਤਰ ਹੈ, ਮਾਇਆ ਦਾ। ਮਰਦਾ ਵੀ ਕੁਛ ਨਹੀਂ, ਨਹਿ ਮੂਆ ਨਾ ਮਰਨਾ ਜੋਗ, ਨਹਿ ਕਿਛ ਜਨਮੈ ਨਹਿ ਕਿਛ ਮਰਿਆ, ਆਪਨ ਚਲਿਤ ਆਪ ਹੀ ਕਰੇ। ਉੱਥੇ ਜਾ ਕੇ ਜਦੋਂ ਅਸਲ 'ਚ ਇਹੀ ਮੈਂ ਬੇਨਤੀ ਆਪਾਂ ਆਰੰਭ 'ਚ ਕੀਤੀ ਸੀ ਵੀ ਜਦੋਂ ਅਸੀਂ ਗੁਰਬਾਣੀ ਦੇ ਇਸ ਸਾਗਰ ਦੇ ਵਿੱਚ ਉਤਰਾਂਗੇ ਨਾ, ਸਮੁੰਦਰ 'ਚ ਉਤਰਾਂਗੇ, ਉਤਰਨ ਤੋਂ ਬਾਅਦ ਹੀ ਸਾਨੂੰ ਪਤਾ ਲੱਗਣਾ ਵੀ ਇਹਦਾ ਆਨੰਦ ਕੀ ਹੈ, ਇਹਦੇ 'ਚ ਪਿਆ ਕੀ ਕੁਛ ਹੈ। ਮੱਤ ਵਿੱਚ ਰਤਨ ਜਵਾਹਰ ਮਾਣਿਕ,
ਉਹ ਹੈ ਕੀ ਨੇ? ਕਿਉਂ ਇਹਨੂੰ ਕਿਹਾ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ? ਸੋ ਕਹਿੰਦੇ ਹੈ ਵੀ ਸੱਚ ਉਹ ਰਚਨਾ ਰਚਣ ਦੇ ਸਮੇਂ ਵੀ ਹੈ, ਰਚਨਾ ਰਚ ਕੇ ਉਹਦੇ ਵਿੱਚ ਹੁਣ ਵੀ ਹੈ, ਸਮਾਇਆ ਹੋਇਆ ਨਾਲ ਚੱਲ ਰਿਹਾ। ਬਲਕਿ ਸਾਰੀ ਰਚਨਾ ਦੀ ਜਿਹੜੀ ਪਾਲਣਾ ਹੋ ਰਹੀ ਹੈ ਨਾ, ਪਾਲਣਾ ਹੋਈ ਉਦੋਂ ਸਕਦੀ ਹੈ ਜਦੋਂ ਅਸੀਂ ਨਾਲ ਉਹਦੇ ਕਹਿ ਦਈਏ ਅਸੀਂ ਨਿਰਦੇਸ਼ਕ ਬਣ ਕੇ ਚੱਲਾਂਗੇ, ਕਮਾਂਡਰ ਬਣ ਕੇ ਚੱਲਾਂਗੇ। ਜੇ ਕਮਾਂਡਰ ਹੀ ਨਾ ਹੋਵੇ, ਉੱਥੇ ਮੰਨ ਲਓ ਜੰਗ ਲੱਗੀ ਹੈ, ਫੌਜ ਦੇ ਵਿੱਚ ਕਮਾਂਡਰ ਹੈ ਨਹੀਂ, ਤੇ ਫੌਜ ਕੀ ਕਰੂਗੀ? ਕਮਾਂਡਰ ਨੂੰ ਤੇ ਹਰ ਵੇਲੇ ਨਾਲ ਰਹਿਣਾ ਪੈਂਦਾ, ਕਮਾਂਡਰ ਤੇ ਹਰ ਸਮੇਂ ਨਾਲ ਚਾਹੀਦਾ ਨਾ। ਇਸੇ ਕਰਕੇ ਉਹ ਕਹਿੰਦੇ ਨੇ, ਕਹਿੰਦੇ ਭਾਈ ਉਹ ਕਿਤੇ ਨਹੀਂ ਆਉਂਦਾ ਜਾਂਦਾ, ਉਹ ਹਰ ਸਮੇਂ ਹੀ ਹੈ। ਮਾਇਆ ਆਉਣੀ ਜਾਣੀ ਹੈ, ਸਰੀਰ ਆਉਣਾ ਜਾਣਾ, ਪਰ ਸੱਚ ਆਉਣਾ ਜਾਣਾ ਨਹੀਂ ਹੈ। ਹੈ ਵੀ ਅੱਜ ਵੀ ਹੈ, ਕੱਲ ਵੀ ਹੋਏਗਾ। ਭਾਵ ਜਦੋਂ ਅਸੀਂ ਕੱਲ ਵਿੱਚ ਜਾਵਾਂਗੇ, ਕੱਲ ਵਾਲੇ ਟਾਈਮ 'ਚ ਕੱਲ ਪ੍ਰੈਜੈਂਟ ਬਣ ਜਾਣਾ, ਕੱਲ ਦੇ 8:45 ਤੇ ਫਿਰ ਪ੍ਰੈਜੈਂਟ ਹੀ ਰਹੇਗਾ। ਅੱਜ ਦੇ ਹਿਸਾਬ ਅਨੁਸਾਰ ਕੱਲ ਸਾਡੇ ਵਾਸਤੇ ਫਿਊਚਰ ਹੈ, ਬਟ ਜਦੋਂ ਕੱਲ ਪਹੁੰਚਾਂਗੇ ਉਹਨੇ ਵਰਤਮਾਨ ਬਣ ਜਾਣਾ, ਪਰਸੋਂ ਉਹਨੇ ਭੂਤਕਾਲ ਬਣ ਜਾਣਾ। ਹੁਣ ਇਹ ਕਹਿਣ ਸੁਣਨ ਦੇ ਫਰਕ ਹੈ, ਗੱਲ ਤਾਂ ਕੁਛ ਵੀ ਨਹੀਂ ਹੈਗੀ। ਸੰਸਾਰ ਵਿੱਚ ਸਰੀਰ ਵਿੱਚ ਰਹਿੰਦੇ ਸਾਡੇ ਤੇ ਮਾਇਆ ਦਾ ਪ੍ਰਭਾਵ ਹੈ, ਕਾਲ ਦਾ, ਸਮੇਂ ਦਾ ਪ੍ਰਭਾਵ ਹੁੰਦਾ ਹੈ। ਜਦੋਂ ਅਸੀਂ ਸੰਸਾਰ ਸਰੀਰ ਤੋਂ ਅਲੱਗ ਹੁੰਦੇ ਹਾਂ, ਉੱਪਰ ਚਲ ਜਾਂਦੇ ਹਾਂ, ਉਦੋਂ ਮੈਟਰ, ਮਾਇਆ, ਸਮੇਂ ਦਾ ਕੋਈ ਪ੍ਰਭਾਵ ਸਾਨੂੰ ਡਿਸਟਰਬ ਵੀ ਨਹੀਂ ਕਰਦਾ। ਉੱਥੇ ਫਿਰ ਇਹ ਕਿ ਨਾ ਇਹ ਬੁੱਢਾ ਨਾ ਇਹ ਬਾਲਾ, ਨਾ ਇਸ ਦੂਤ ਨਹੀਂ ਜਮ ਜਾਲਾ। ਜੋਤ ਹੈ ਨਾ, ਜਿਹੜੀ ਜੋਤ, ਜਿਹੜਾ ਜੀਵ ਹੈ, ਇਹ ਨਾ ਬੁੱਢਾ ਹੈ ਨਾ ਬਾਲਾ ਹੈ। ਸਰੀਰ ਬੁੱਢਾ ਬਾਲਾ ਹੈ ਵੀ ਸੱਚ ਸ੍ਰਿਸ਼ਟੀ ਦੀ ਰਚਨਾ ਨੂੰ ਪਾਲ ਰਿਹਾ ਹੈ, ਹੁਣ ਵੀ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਕੰਟਰੋਲ ਵਿੱਚ ਰੱਖਿਆ, ਉਹਨੇ ਚਲਾ ਰਿਹਾ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਤਪਲ ਹੈ, ਪ੍ਰਤਪਲ ਦਾ ਅਰਥ ਹੈ ਪ੍ਰੈਜ਼ੈਂਟ ਟਾਈਮ ਚ ਪਾਲ ਰਿਹਾ ਹੈ ਹੁਣ ਵੀ, ਇਹ ਨਹੀਂ ਸੀ ਵੀ ਪਾਲਦਾ ਸੀ। ਪ੍ਰਤਪਲ ਹੈ, ਪਾਲ ਰਿਹਾ ਹੈ, ਪਾਲਦਾ ਹੈ, ਪਾਲਦਾ ਰਹਿੰਦਾ ਹੈ। ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਇਹੀ ਉਹਦਾ ਸਭ ਤੋਂ ਵੱਡਾ ਗੁਣ ਹੈ ਕਿ ਉਹ ਹਮੇਸ਼ਾ ਹੀ ਰਹਿੰਦਾ ਹੈ। ਅੱਗੇ ਆ ਗਿਆ ਫਿਰ ਹੋਸੀ ਭੀ ਸੱਚ ਨਾਨਕ। ਹੁਣ ਇੱਥੇ ਨਾਨਕ ਪਦ ਦੀ ਵਰਤੋਂ ਇਸ ਜਪਜੀ ਸ਼ਬਦ ਦੀ ਬਾਣੀ ਦੇ ਵਿੱਚ ਪਹਿਲੀ ਵਾਰ ਮਹਾਰਾਜ ਨੇ ਕੀਤੀ ਹੈ। ਨਾਨਕ ਸੰਬੋਧਨੀ ਵਰਡ ਹੈ, ਸੰਬੋਧਨ ਕਰ ਰਹੇ ਆਪਣਾ ਆਪ ਨੂੰ। ਇਹ ਨਾਨਕ ਹੋਸੀ ਭੀ ਸੱਚ, ਤੇ ਜੋ ਇਹ ਸੱਚ ਹੁੰਦਾ ਹੈ ਇਹ ਅੱਗੇ ਵੀ ਹੋਏਗਾ। ਹੁਣ ਇਹ ਅੱਗੇ ਵੀ ਹੋਏਗਾ ਦਾ ਅਰਥ ਕੀ ਹੈ? ਆਮ ਤੌਰ ਤੇ ਅਸੀਂ ਕਹਾਂਗੇ ਵੀ ਸਦਾ ਹੀ ਹੁੰਦਾ ਹੈ ਨਾ। ਹੁਣ ਇਹਨੂੰ ਆਦ ਸੱਚ ਨਾਲ ਜੋੜ ਕੇ ਦੇਖੋ ਥੋੜਾ ਜਿਹਾ ਤੁਸੀਂ। ਹੋਸੀ ਭੀ ਸੱਚ ਨੂੰ ਆਪਾਂ ਆਦ ਸੱਚ ਨਾਲ ਜੋੜ ਕੇ ਦੇਖਾਂਗੇ, ਫੇਰ ਇਹ ਅਰਥ ਸਮਝ ਪੈਣੇ ਨੇ। ਉਹ ਤੇ ਸਭ ਨੂੰ ਪਤਾ ਵੀ ਹੈ, ਅੱਗੇ ਵੀ ਹੈ। ਆਪਾਂ ਕਹਾਂਗੇ ਵੀ ਅੱਜ ਵੀ ਹੈਗਾ, ਕੱਲ ਵੀ ਹੈਗਾ। ਵੀ ਜਦੋਂ ਮੈਂ ਨਹੀਂ ਹੋਊਂਗਾ, ਮੇਰੇ ਬੱਚੇ ਹੋਣਗੇ, ਉਦੋਂ ਵੀ ਹੋਏਗਾ। ਮੇਰੇ ਬੱਚਿਆਂ ਦੇ ਬੱਚੇ ਹੋਣਗੇ, ਉਦੋਂ ਵੀ ਹੋਊਗਾ। ਜਦੋਂ ਸਾਡੀ ਹੋਰ ਸ੍ਰਿਸ਼ਟੀ ਅੱਗੇ ਕਾਇਨਾਤ ਚੱਲੀ ਜਾਏਗੀ, 20, 50, 100 ਸਾਲ, 1000 ਸਾਲ, ਲੱਖ ਸਾਲ ਬੀਤ ਜਾਣਗੇ, ਸ੍ਰਿਸ਼ਟੀ ਬਦਲੀ ਜਾਊ, ਉਦੋਂ ਵੀ ਹੋਏਗਾ। ਨਹੀਂ, ਇਹ ਤੋਂ ਅਗਲੀ ਗੱਲ ਹੈ। ਉਹ ਕਹਿੰਦੇ ਵੀ ਹੋ ਸਕਦਾ ਹੈ ਇੱਕ ਸਮਾਂ ਉਹ ਫੇਰ ਆ ਜਾਏ ਜਦੋਂ ਸ੍ਰਿਸ਼ਟੀ ਵੀ ਨਾ ਹੋਵੇ, ਰਚਨਾ ਵੀ ਨਾ ਹੋਵੇ, ਕੁਛ ਆਕਾਰ ਨਾ ਹੋਣ। ਜਦੋਂ ਕੁਛ ਵੀ ਨਹੀਂ ਹੋਏਗਾ, ਹੋਸੀ ਭੀ ਸੱਚ, ਹੈ ਨਾਨਕ ਸੱਚ ਉਦੋਂ ਵੀ ਹੋਏਗਾ, ਉਦੋਂ ਵੀ ਸਲਾਮਤ ਹੁੰਦਾ ਹੈ ਉਹ। ਉਸੇ ਨੂੰ ਕਿਹਾ ਤੂੰ ਸਦਾ ਸਲਾਮਤ ਨਿਰੰਕਾਰ। ਸਦਾ ਤਾਂ ਹੀ ਹੈ ਨਾ ਫੋਰ ਐਵਰ। ਵੀ ਜਦੋਂ ਹੋਰ ਕੁਛ ਹੋਵੇ ਭਾਵੇਂ ਨਾ ਹੋਵੇ, ਜੁਗਾਦ ਹੋਵੇ ਨਾ ਹੋਵੇ, ਹੈ ਵੀ ਹੋਵੇ ਨਾ ਹੋਵੇ, ਪਰ ਹੋਸੀ ਵੀ ਸੱਚ ਜ਼ਰੂਰ ਹੋਏਗਾ। ਭਾਵੇਂ ਇੱਥੇ ਕੁਛ ਵੀ ਨਾ ਹੋਵੇ, ਸੱਚ ਫੇਰ ਰਹੇਗਾ। ਭਾਵ ਉਹ ਉਸ ਵਕਤ ਆ ਜਾਏਗਾ ਜਦੋਂ ਆਦ ਸੱਚ ਵਾਲਾ ਸਮਾਂ, ਜਦੋਂ ਹੋਰ ਕੁਛ ਵੀ ਨਹੀਂ ਪਰ ਸੱਚ ਆਪਣੇ ਆਪ ਦੇ ਵਿੱਚ ਸਲਾਮਤ ਹੈ। ਕਿਉਂਕਿ ਜਿਹੜੀ ਇਹ ਕਾਇਨਾਤ ਹੈ ਨਾ, ਰਚਨਾ ਜਿਹੜੀ ਸ੍ਰਿਸ਼ਟੀ ਦੀ, ਇਹਨੂੰ ਮਹਾਰਾਜ ਨੇ ਆਪਾਂ ਜੋ ਬਾਣੀ ਵਿੱਚ ਪੜ੍ਹਦੇ ਹਾਂ, ਜੋ ਸਾਨੂੰ ਦੱਸਿਆ, ਕਹਿੰਦੇ ਕਈ ਬਾਰ ਪਸਰਿਓ ਪਾਸਾਰ। ਇਹ ਜੁਗਾਦ ਸੱਚ, ਹੈ ਵੀ ਸੱਚ, ਹੋਸੀ ਸੱਚ ਕਦੇ ਕਈ ਵਾਰ ਹੋਇਆ, ਪਸਾਰਾ ਕਈ ਵਾਰ ਪਸਰਿਆ, ਪਰ ਸਦਾ ਸਦਾ ਇੱਕ ਏਕੰਕਾਰ। ਏਕੰਕਾਰ ਸਦਾ ਹੀ ਹੈ, ਇੱਕ ਨੇ ਸਦਾ ਹੀ ਰਹਿਣਾ ਹੈ। ਇੱਕ ਨੇ ਕਿਤੇ ਆਉਣਾ ਜਾਣਾ ਨਹੀਂ। ਸੱਤ ਹੈ, ਜੋ ਸੱਤ ਸਰੂਪ ਹੈ, ਉਹਨੇ ਕਿਤੇ ਆਉਣਾ ਜਾਣਾ ਨਹੀਂ, ਉਹ ਸਦਾ ਹੀ ਰਹਿੰਦਾ ਹੈ। ਹਾਂ, ਹੁੰਦਾ ਕੀ ਹੈ? ਜਬ ਉਦ ਕਰਕ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇ ਅਪਾਰਾ, ਹੁਕਮੀ ਹੋਵਨ ਆਕਾਰ। ਜਦੋਂ ਜੁਗਾਦ ਬਣਦੇ ਨੇ, ਜਦੋਂ ਸ੍ਰਿਸ਼ਟੀ ਨੂੰ ਸਮੇਟਦਾ ਹੈ,
ਉਦੋਂ ਕੀ ਹੁੰਦਾ, ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਉਦੋਂ ਸਾਰੇ ਸਰੀਰ, ਸਾਰੀਆਂ ਦੇਹਾਂ, ਸਾਰੀ ਰਚਨਾ, ਸਾਰੀ ਕਾਇਨਾਤ ਇਹ ਫਿਰ ਕਿੱਥੇ ਚਲੀ ਜਾਂਦੀ ਹੈ, ਕਹਿੰਦੇ ਤੇਰੇ ਵਿੱਚ ਹੀ ਸਮਾ ਜਾਂਦੀ ਹੈ। ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਹੁਣ ਇਹਦਾ ਅਰਥ ਕਰਾਂਗੇ ਆਪਾਂ, ਜੋ ਸ੍ਰਿਸ਼ਟੀ ਹਰ ਵੇਲੇ ਰਹੇ ਨਾ ਰਹੇ ਜ਼ਰੂਰੀ ਨਹੀਂ, ਪਰ ਜੋ ਸੱਚ ਉਹ ਸਦਾ ਕਾਇਮ ਹੀ ਰਹਿੰਦਾ ਹੈ, ਸਦੀਵੀ ਰਹਿਣ ਵਾਲਾ, ਫੋਰ ਐਵਰ, ਆਲਵੇਜ਼, ਹਮੇਸ਼ਾ। ਜੋ ਵੀ ਤੁਸੀਂ ਸ਼ਬਦ, ਸਾਡੇ ਸ਼ਬਦ ਇੱਥੇ ਛੋਟੇ ਪੈ ਜਾਣਗੇ, ਸਾਡੇ ਸ਼ਬਦ ਘਟ ਜਾਣਗੇ, ਸਾਡਾ ਕੋਸ਼ ਮੁੱਕ ਜਾਏਗਾ, ਪਰ ਉਹਦੀ, ਇਸੇ ਨੂੰ ਕਹਿੰਦੇ ਨੇ, ਇਹਦੀ ਜਿਹੜੀ ਸਿਫਤੋ ਸਲਾਹ ਹੈ, ਇਹ ਅਕਥ ਕਥਾ ਹੈ। ਇਹ ਕਥਾ ਮੁੱਕ ਨਹੀਂ ਸਕਦੀ, ਇਹ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦੀ। ਇਹਨੂੰ ਕੋਈ ਇੱਕ ਮਨੁੱਖ, ਇੱਕ ਕੋਈ ਧਰਮ ਜਾਂ ਇੱਕ ਪੂਰੀ ਮਨੁੱਖਤਾ ਵੀ ਇਸ ਪਰਮੇਸ਼ਰ ਦੀ ਸੱਚ ਦੀ ਕਥਾ ਨੂੰ ਪੂਰਨ ਰੂਪ ਵਿੱਚ ਕਥਨ ਨਹੀਂ ਕਰ ਸਕਦੀ। ਉੱਚਾ ਅਗੰਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ, ਇਹ ਕਥਿਆ ਹੀ ਨਹੀਂ ਜਾ ਸਕਦਾ। ਕਥਨਾ ਕਥੀ ਨਾ ਆਵੇ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਹਿੰਦੇ ਕਰੋੜਾਂ ਦੀ ਗਿਣਤੀ ਚ ਦੁਨੀਆ ਆਈ, ਸੰਸਾਰ ਆਏ, ਲੋਕ ਆਏ, ਚਲੇ ਗਏ, ਪਰ ਕਥਾ ਥੋੜੀ ਮੁੱਕੀ ਹੈ। ਕਥਾ ਕਰਨ ਵਾਲੇ ਮੁੱਕ ਗਏ, ਕਥਾ ਤੇ ਨਹੀਂ ਨਾ ਮੁੱਕੀ। ਕਥਾ ਉਨੀ, ਅਰੇ ਕਥਾ ਇਹਨੂੰ ਕਿਹਾ ਜੁਗ ਜੁਗ ਕਥਾ ਅਟਲ ਹੈ। ਜਿਹੜੀ ਰਾਮ ਕਥਾ ਨਾ ਸੱਚ ਦੀ, ਇਹ ਕਥਾ ਜੁਗ ਜੁਗ ਅਟਲ ਹੁੰਦੀ ਹੈ। ਹਾਂ, ਹੁਣ ਹੁੰਦਾ ਕੀ ਹੈ, ਇਹ ਕਥਾ ਅਸੀਂ ਕਰਨੀ ਕਿਉਂ ਹੈ? ਕਿਉਂਕਿ ਇਹ ਕਥਾ ਕਰਨ ਦੇ ਨਾਲ, ਇਹ ਕਥਾ ਸੁਣਨ ਦੇ ਨਾਲ ਸਾਡੇ ਅੰਦਰ, ਮਨ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਏਗਾ, ਇਹਨੂੰ ਸੱਚ ਦੀ ਸਮਝ ਆਏਗੀ, ਇਹ ਸੱਚ ਨਾਲ ਜੁੜੇਗਾ, ਮੋਹ ਮਾਇਆ ਤੋਂ ਟੁੱਟੇਗਾ, ਵਿਸ਼ੇ ਵਿਕਾਰਾਂ ਤੋਂ ਛੁੱਟੇਗਾ, ਜੀ ਜੰਜਾਲਾਂ ਤੋਂ, ਹਉਮੈ ਹੰਕਾਰ ਤੋਂ, ਜੋ ਵਿਸ਼ੇ ਵਿਕਾਰ ਨੇ, ਇਹਨੂੰ ਬੰਧਨ ਬਣੇ ਹੋ ਕੇ ਚੁੰਬੜੇ ਹੋਏ ਨੇ, ਉਹਨਾਂ ਤੋਂ ਇਹ ਕਥਾ ਸੁਣ ਕੇ, ਕਥਾ ਕਰਕੇ, ਕਥਾ ਸਮਝ ਕੇ ਮਨ ਭਵ ਸਾਗਰ ਦੇ ਵਿੱਚ ਤਰ ਜਾਏਗਾ, ਬੰਧਨਾਂ ਤੋਂ ਮੁਕਤ ਹੋ ਜਾਏਗਾ, ਇਹਨੂੰ ਜੀਵਨ ਮੁਕਤ ਅਵਸਥਾ ਹਾਸਲ ਹੋ ਜਾਏਗੀ, ਤੇ ਇਹਦਾ ਸੰਸਾਰ ਵਿੱਚ ਆਉਣਾ ਸਫਲ ਹੋ ਜਾਏਗਾ। ਇਸ ਲਈ ਅਸੀਂ ਇਹ ਅਕਥ ਕਥਾ ਸੁਣਨੀ ਹੈ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਹੋਵੇ। ਜਦੋਂ ਇਹ ਜੀਵ, ਇਹ ਮਨ ਸੱਚ ਦੀ ਕਥਾ ਸੁਣਦਾ ਹੈ, ਇਹਦੇ ਅੰਦਰ ਦਾ ਭਰਮ, ਇਹਦੇ ਅੰਦਰ ਦਾ ਅਗਿਆਨ, ਇਹਦੇ ਅੰਦਰ ਦੀ ਮਲੀਨਤਾ, ਜਿਹੜੀ ਜਨਮ ਜਨਮ ਕੀ ਮਲ ਲੱਗੀ ਹੈ, ਉਹ ਧੋਤੀ ਜਾਂਦੀ ਹੈ, ਮਨ ਨਿਰਮਲ ਹੋ ਜਾਂਦਾ ਹੈ, ਤੇ ਨਿਰਮਲ ਸੇਵੇ ਸੋ ਨਿਰਮਲ ਹੋਵੇ, ਉਹ ਨਿਰਮਲ ਦਾ ਰੂਪ ਹੋ ਜਾਂਦਾ ਹੈ। ਇੱਥੇ ਸਮਾਪਤੀ ਕਰਦੇ ਹਾਂ ਜੀ। ਇਹ ਅੱਜ ਦੇ ਇਸ ਜਪਜੀ ਸਾਹਿਬ ਦੇ ਪਹਿਲੇ ਸ਼ਲੋਕ ਦੀ ਵਿਆਖਿਆ ਹੈ। ਤੋ ਜਿੰਨੀ ਕੁ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਮਤ ਸਮਤ ਬਖਸ਼ੀ ਹੈ, ਉਹਦੇ ਅਨੁਸਾਰ ਆਪਾਂ ਵਿਚਾਰ ਸਾਂਝੀ ਕੀਤੀ ਹੈ। ਪਰ ਇਹ ਵਿਚਾਰ ਇੱਥੇ ਮੁੱਕੀ ਨਹੀਂ ਹੈ, ਇਹ ਅਕਥ ਹੈ, ਹੋਰ ਵੀ ਹੋ ਸਕਦੀ ਹੈ। ਜਿੰਨਾ ਵੀ ਅਸੀਂ ਇਹਨੂੰ ਬਚੀ ਜਾਈਏ, ਸਮਝੀ ਜਾਈਏ, ਇਹ ਚੱਲਦੀ ਰਹੇਗੀ। ਤੋ ਆਪਣੇ ਵੱਲੋਂ ਇੱਥੇ ਸਮਾਪਤੀ ਹੈ। ਸੋ ਬੇਨਤੀ ਹੈ, ਅਗਰ ਹੁਣ ਸੰਗਤ ਜੀ ਤੋਂ ਕਿਸੇ ਨੇ ਵਿਚਾਰਾਂ ਦੀ ਸਾਂਝ ਪਾਉਣੀ ਹੈ, ਉਹ ਪਾ ਸਕਦੇ ਨੇ। ਸਭਨਾਂ ਦਾ ਧੰਨਵਾਦ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।